ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਸਮੂਹ ਦੋਸਤਾਂ ਦਾ। ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਜੁੜੇ ਹੋ ਇਸ ਚੈਨਲ ਦੇ ਨਾਲ। ਤੁਸੀਂ ਸਬਸਕ੍ਰਾਈਬ ਕੀਤਾ, ਚਾਹੇ ਉਹ ਮੇਰੇ ਫੇਸਬੁੱਕ ਪੇਜ ਦੇ ਰਾਹੀਂ ਹੈ, ਟਵਿੱਟਰ ਦੇ ਰਾਹੀਂ ਹੈ, ਇੰਸਟਾਗ੍ਰਾਮ ਦੇ ਰਾਹੀਂ ਹੈ, ਲਿੰਕਡਇਨ ਦੇ ਰਾਹੀਂ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਸੁਨੇਹਾ ਆਪਣੇ ਜਾਣਕਾਰਾਂ ਨੂੰ ਅੱਗੇ ਹੋਰ ਜ਼ਰੂਰ ਦਿਓਗੇ ਤਾਂ ਕਿ ਉਹ ਵੀ ਰਲ ਸਕਣ ਔਰ ਆਪਾਂ ਰਲ ਮਿਲ ਕੇ ਇੱਕ ਵਿਚਾਰ ਜਿਹੜਾ ਇਹਨੂੰ ਲਗਾਤਾਰ ਜਾਰੀ ਰੱਖ ਸਕੀਏ। ਇਸ ਵੇਲੇ ਜਿਹੜੀ ਵੱਡੀ ਸਮੱਸਿਆ ਆਉਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਉਹ ਕਿਸਾਨਾਂ ਦੇ ਉੱਤੇ ਹੀ ਆ। ਇੱਕ ਹੋਰ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੇ ਕਣਕ ਦੇ ਉਹਨਾਂ ਨੂੰ ਪੈਸੇ ਮਿਲਣੇ ਆ ਉਹ FCI ਦੇ ਵੱਲੋਂ ਉਹਨਾਂ ਦੇ ਸਿੱਧੇ ਖਾਤਿਆਂ ਦੇ ਵਿੱਚ ਪਾਏ ਜਾਣੇ ਆ, ਜਿਹੜੇ ਪਹਿਲਾਂ ਆੜ੍ਹਤੀਆਂ ਦੇ ਰਾਹੀਂ ਮਿਲਦੇ ਸੀਗੇ। ਹਰਿਆਣੇ ਦੇ ਵਿੱਚ ਪਿਛਲੇ ਵਰੇ ਤੋਂ ਇਹ ਕੀਤਾ ਗਿਆ ਸੀਗਾ, ਪਰ ਹਰਿਆਣੇ ਦੇ ਵਿੱਚ ਇਹ ਛੋਟ ਦਿੱਤੀ ਗਈ ਸੀ ਕਿ ਇਹ ਕਿਸਾਨਾਂ ਦੇ ਉੱਤੇ ਨਿਰਭਰ ਆ ਵੀ ਉਹਨਾਂ ਨੇ ਪੈਸੇ ਆੜ੍ਹਤੀਆਂ ਦੇ ਰਾਹੀਂ ਲੈਣੇ ਆ ਜਾਂ ਫਿਰ ਉਹਨਾਂ ਨੇ ਸਿੱਧੇ ਖਾਤਿਆਂ ਦੇ ਵਿੱਚ ਜਿਹੜੇ ਉਹ ਲੈਣੇ ਆ। ਪੰਜਾਬ ਦੇ ਵਿੱਚ ਇਹ ਆਪਸ਼ਨ ਨਹੀਂ ਦਿੱਤੀ ਗਈ ਔਰ ਇਹ ਕਿਹਾ ਜਾ ਰਿਹਾ ਕਿ ਇਸੇ ਸਾਲ ਤੋਂ ਇਹ ਪੈਸੇ ਜਿਹੜੇ ਇਹ ਸੈਂਟਰਲ ਏਜੰਸੀਆਂ ਜਿਹੜੀਆਂ ਚੁੱਕਦੀਆਂ ਨੇ ਫਸਲ ਨੂੰ FCI, ਉਹ ਪੈਸੇ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਊਗੀ। ਉਹਦੇ ਵਾਸਤੇ ਜਿਹੜੀਆਂ ਕੰਡੀਸ਼ਨਾਂ ਨੇ ਉਹ ਇੰਨੀਆਂ ਕੁ ਸਖਤ ਨੇ ਕਿ ਆਮ ਜਿਹੜਾ ਕਿਸਾਨ ਹੈ ਉਹਦੀ ਇੱਕ ਤਾਂ ਉਹ ਸਮਝ ਦੇ ਵਿੱਚ ਛੇਤੀ ਕੀਤੀਆਂ ਨਹੀਂ ਆਉਣੀਆਂ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਹ ਮਾਰਚ ਦੇ ਅਖੀਰਲੇ ਦਿਨ ਚੱਲ ਰਹੇ ਆ। ਉਂਝ ਵੈਸੇ ਜਿਹੜੀ ਕਣਕ ਦੀ ਖਰੀਦ ਆ ਉਹ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਆ, ਪਰ ਕਰੋਨਾ ਕਰਕੇ ਪੰਜਾਬ ਸਰਕਾਰ ਨੇ ਕਿਹਾ ਕਿ ਐਤਕੀ ਇਹ ਜਿਹੜੀ ਖਰੀਦ ਆ ਉਹ 10 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਊਗੀ। 1 ਤੋਂ ਸ਼ੁਰੂ ਕੀਤੀ ਜਾਂਦੀ ਹੈ ਜਾਂ 10 ਤੋਂ ਸ਼ੁਰੂ ਕੀਤੀ ਜਾਂਦੀ ਹੈ, ਇਹ ਵੱਡੀ ਮੁਸੀਬਤ ਹੈ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਅਜੇ ਤੱਕ ਪ੍ਰਧਾਨ ਮੰਤਰੀ ਹੋਰਾਂ ਨੂੰ ਮਿਲ ਕੇ ਜਾਂ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਇਹਦੇ ਸੰਬੰਧੀ ਹੱਲ ਲੱਭਣ ਦੇ ਵਾਸਤੇ ਕੋਈ ਮੀਟਿੰਗ ਵਗੈਰਾ ਨਹੀਂ ਕੀਤੀ, ਜਿਹੜੀ ਕਿ ਤੁਰੰਤ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਉਹ ਆਉਣ ਵਾਲੀਆਂ ਨੇ। ਜਿਨ੍ਹਾਂ ਕਿਸਾਨਾਂ ਦੇ ਖਾਤੇ ਦੇ ਵਿੱਚ ਇਹ ਪੈਸੇ ਪੈਣੇ ਆ ਉਹਨਾਂ ਨੂੰ FCI ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਜ਼ਮੀਨਾਂ ਦੀਆਂ ਜਿਹੜੀਆਂ ਫਰਦਾਂ ਨੇ ਉਹ ਅਪਲੋਡ ਕਰਨੀਆਂ ਪੈਣੀਆਂ ਨੇ। ਜਿਹਦੇ ਨਾਂ ਦੇ ਉੱਤੇ ਜ਼ਮੀਨ ਹੈ, ਫਰਦ ਉਹਦੇ ਨਾਂ ਦੇ ਉੱਤੇ ਜਿਹੜੀ ਉਹ ਅਪਲੋਡ ਕਰਨੀ ਪਊਗੀ। ਉੱਥੇ ਉਹਦਾ ਨਾਮ, ਸਾਰਾ ਪਤਾ, ਅਕਾਊਂਟ ਨੰਬਰ ਜਿਹੜਾ ਉਹ ਦੱਸਣਾ ਪਊਗਾ। ਇਹ ਨਹੀਂ ਹੈ ਕਿ ਅਪਲੋਡ ਨਹੀਂ ਹੋ ਸਕਦੀਆਂ, ਪਰ ਇਹਦੇ ਵਿੱਚ ਕਈ ਸਾਰੀਆਂ ਜਿਹੜੀਆਂ ਉਹ ਸਮੱਸਿਆਵਾਂ ਨੇ। ਜੇ ਇਸ ਤਰ੍ਹਾਂ ਦਾ ਸਿਸਟਮ ਲਾਗੂ ਕਰਨਾ ਹੋਵੇ ਤੇ ਉਹਦੇ ਵਾਸਤੇ ਇੱਕ ਲੰਬਾ ਸਮਾਂ ਚਾਹੀਦਾ ਹੁੰਦਾ, ਘੱਟੋ ਘੱਟ ਸਾਲ। ਪਰ ਇਹ ਇੱਕਦਮ ਜਾਣ-ਬੁੱਝ ਕੇ ਕੀਤਾ ਗਿਆ, ਇਸ ਕਰਕੇ ਕੀਤਾ ਗਿਆ ਕਿਉਂਕਿ ਕਿਸਾਨ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ 3 ਖੇਤੀ ਕਾਨੂੰਨਾਂ ਨੂੰ ਲੈ ਕੇ। ਇਹ ਉਹਦੀ ਆੜ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਵਾਸਤੇ ਜਿਹੜਾ ਉਹ ਕੀਤਾ ਗਿਆ। ਬਹੁਤ ਸਾਰੇ ਇਹਦੇ ਵਿੱਚ ਛੋਟੇ ਕਿਸਾਨ ਨੇ ਜਿਹੜੇ ਕਿ ਠੇਕੇ ਦੇ ਉੱਤੇ, ਹਿੱਸੇ ਦੇ ਉੱਤੇ ਜ਼ਮੀਨ ਲੈਂਦੇ ਆ ਤੇ ਹਿੱਸੇ ਠੇਕੇ ਦੇ ਉੱਤੇ ਜ਼ਮੀਨ ਲੈ ਕੇ ਉਹ ਵਾਹੁੰਦੇ ਆ। ਹੁਣ ਉਹ ਉਹਨਾਂ ਦੇ ਪੈਸੇ ਉਹਨਾਂ ਨੂੰ ਨਹੀਂ ਮਿਲਣਗੇ, ਉਹ ਪੈਸੇ ਮਿਲਣਗੇ ਜਿਹਦੇ ਨਾਂ ਦੇ ਉੱਤੇ ਜ਼ਮੀਨ ਹੈ। ਇਹ ਨਹੀਂ ਹੈ ਕਿ ਕਿਸਾਨ ਅੱਗੋਂ ਉਹਨਾਂ ਨੂੰ ਪੈਸੇ ਨਹੀਂ ਦੇਣਗੇ, ਪਰ ਉਹ ਅੜੀਆਂ ਵੀ ਕਰ ਸਕਦੇ ਆ। ਕੁਝ ਜਿਹੜੇ ਨੇ ਉਹਨਾਂ ਦੇ ਵਿੱਚੋਂ ਜੇ ਵੱਡੇ ਕਿਸਾਨ ਨੇ, ਬਹੁਤ ਵੱਡੇ ਨੇ, ਤੇ ਉਹ ਛੋਟੇ ਕਿਸਾਨ ਦੇ ਵਾਸਤੇ ਮੁਸ਼ਕਲਾਂ ਪੈਦਾ ਕਰ ਸਕਦੇ ਆ। ਦੇਖੋ, ਇਹ ਜਿਹੜੀ ਮੁਸੀਬਤ ਹੈ ਇਹ ਸਿਰਫ ਕਿਸਾਨਾਂ ਦੇ ਵਾਸਤੇ ਨਹੀਂ ਹੈ। ਕਿਸਾਨਾਂ ਦੇ ਵਾਸਤੇ, ਆੜ੍ਹਤੀਆਂ ਦੇ ਵਾਸਤੇ, ਮਜ਼ਦੂਰਾਂ ਦੇ ਵਾਸਤੇ, ਪੱਲੇਦਾਰਾਂ ਦੇ ਵਾਸਤੇ, ਇਹ ਸਾਰਿਆਂ ਦੇ ਵਾਸਤੇ ਮੁਸੀਬਤ ਇੱਕੋ ਜਿਹੀ ਆ। ਬਲਕਿ ਜੇ ਇਹਨੂੰ ਹੋਰ ਅੱਗੇ ਆਪਾਂ ਲੈ ਜਾਈਏ ਤੇ ਕੱਪੜੇ ਵਾਲੀਆਂ ਦੁਕਾਨਾਂ, ਗਰੋਸਰੀ ਵਾਲੀਆਂ ਦੁਕਾਨਾਂ, ਜਿਹੜੀਆਂ ਸੌਦੇ ਦੀਆਂ ਦੁਕਾਨਾਂ ਨੇ, ਉਹਦੇ ਉੱਤੇ ਕਿਵੇਂ ਆ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਜਿਹੜਾ ਉਹ ਦੱਸਦਾ। ਇਹਦੇ ਵਿੱਚੋਂ ਜਿਹੜੇ ਪ੍ਰਵਾਸੀ ਭਾਰਤੀ ਨੇ, ਜਿਹੜੇ ਪ੍ਰਵਾਸੀ ਪੰਜਾਬੀ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ, ਜਿਨ੍ਹਾਂ ਨੇ ਇੱਥੇ ਜ਼ਮੀਨਾਂ ਆਪਣੀਆਂ ਠੇਕੇ ਦੇ ਉੱਤੇ ਦਿੱਤੀਆਂ ਹੋਈਆਂ ਨੇ, ਉਹ ਇੱਕਦਮ ਆਪਣੀਆਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਨੇ ਉਹ ਕਿਵੇਂ ਅਪਲੋਡ ਕਰਨਗੇ FCI ਦੀ ਵੈਬਸਾਈਟ ਦੇ ਉੱਤੇ, ਤੇ ਕਿਵੇਂ ਉਹਦੇ ਉੱਤੇ ਉਹ ਪਾਉਣਗੇ, ਪਾ ਸਕਦੇ ਨੇ। ਪਰ ਉਹ ਇੱਥੇ ਆਉਣਗੇ ਤੇ ਉਹਨਾਂ ਦੇ ਜਿਹੜੇ ਪੈਸੇ ਨੇ ਫਿਰ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਦੂਜੀ ਜਗ੍ਹਾ ਜਾਣਗੇ, ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਠੇਕੇ ਤੇ ਵਾਹੁੰਦੇ ਨੇ। ਕਿਉਂਕਿ ਜਿਹੜਾ ਕਿਸਾਨ ਆ ਉਹਦੀ ਤਾਂ ਆਈ ਚਲਾਈ ਹੁੰਦੀ ਆ, ਉਹ ਤਾਂ 6 ਮਹੀਨੇ ਡੀਕਦਾ ਫਸਲ ਨੂੰ ਕਿ ਕਦੋਂ ਫਸਲ ਆਉਂਦੀ ਆ ਤੇ ਕਦੋਂ ਉਹਦੇ ਅਗਲੇ ਜਿਹੜੇ ਖਰਚੇ ਆ ਉਹ ਚੱਲਦੇ ਆ। ਉੱਥੇ ਮੁਸ਼ਕਲ ਆਊਗੀ। ਇੱਕ ਵੱਡੀ ਮੁਸ਼ਕਲ ਇਹਦੇ ਵਿੱਚ ਹੋਰ ਆਉਣੀ ਆ, ਉਹ ਹੈਗੀ ਆ ਬਹੁਤ ਸਾਰੇ ਜਿਹੜੇ ਖਾਤੇ ਨੇ ਉਹ ਮਸ਼ਤਰਕਾ ਖਾਤਾ ਹੁੰਦਾ, ਸਾਂਝਾ ਖਾਤਾ। ਭਰਾਵਾਂ ਨੇ ਵੰਡ ਨਹੀਂ ਕੀਤੀ, ਇੱਕ ਬਾਹਰ ਰਹਿੰਦਾ, ਇੱਕ ਇੱਥੇ ਰਹਿੰਦਾ। ਉਹ ਮਸ਼ਤਰਕੇ ਖਾਤੇ ਦੇ ਵਿੱਚ ਜਿਹੜੀ
ਜੇ ਉਹ ਜ਼ਮੀਨ ਦੋ ਦੇ ਨਾਂ ਦੇ ਉੱਤੇ ਆ ਤੇ ਉਹ ਨੰਬਰ ਵੰਡ ਨਹੀਂ ਹੋਈ ਕਿਉਂਕਿ ਜੇ ਨੰਬਰ ਵੰਡ ਨਹੀਂ ਹੋਈ ਤੇ ਇਹਦਾ ਮਤਲਬ ਫਿਰ ਪੈਸੇ ਕਿਹੜੇ ਹਿਸਾਬ ਦੇ ਨਾਲ ਪੈਣਗੇ, ਕਿਹਨੂੰ ਕਿੰਨੇ ਪੈਣਗੇ, ਇਹ ਵੱਡੀ ਸਮੱਸਿਆ ਸਾਹਮਣੇ ਆਊਗੀ। ਇੱਕ ਇਹਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਜ਼ਮੀਨ ਸੀ, ਪਿਓ ਦੇ ਨਾਂ ਤੇ ਜ਼ਮੀਨ ਸੀ, ਦਾਦੇ ਦੇ ਨਾਂ ਦੇ ਉੱਤੇ ਵੀ ਜ਼ਮੀਨਾਂ ਚੱਲਦੀਆਂ ਨੇ, ਕਰਵਾਈਆਂ ਹੀ ਨਹੀਂ, ਅੱਗੋਂ ਲੋੜ ਨਹੀਂ ਮਹਿਸੂਸ ਕੀਤੀ ਪਰਿਵਾਰਾਂ ਨੇ ਵੀ ਕੋਈ ਗੱਲ ਨਹੀਂ ਚੱਲਦਾ ਤਾਂ ਚੱਲੀ ਜਾਵੇ। ਜੇ ਨੰਬਰ ਵੰਡ ਨਹੀਂ ਹੋਈ, ਉਹਦੇ ਅੱਗੇ ਇੰਤਕਾਲ ਨਹੀਂ ਚੜਿਆ ਹੋਇਆ, ਤੇ ਫਿਰ ਉਹ ਫਰਜ਼ ਜਿਹੜੀ ਆ ਉਹ ਕਿਹਦੀ ਲੱਗੂਗੀ। ਜੇ ਮੰਨ ਲਓ ਬਜ਼ੁਰਗ ਦੀ ਬਾਪੂ ਦੀ ਜਿਹੜੀ ਫਾਈਲ ਹੋਵੇ ਜਾਂ ਦਾਦੇ ਦੀ ਫਾਈਲ ਹੋਵੇ, ਉਹਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਹੋਵੇ, ਉਹਨਾਂ ਦੇ ਖਾਤੇ ਕਿੱਥੋਂ ਹੋਣਗੇ ਜੀ? ਬੈਂਕ ਖਾਤੇ ਉਦੋਂ ਨਹੀਂ ਸੀ ਹੁੰਦੇ, ਇਸ ਕਰਕੇ ਉਹ ਮੁਸ਼ਕਲ ਆਊਗੀ। ਔਰ ਉਹਨਾਂ ਦੀ ਜੇ ਮੰਨ ਲਓ ਖਾਤਾ ਹੋਵੇ ਤੇ ਦੁਨੀਆ ਤੋਂ ਤੁਰ ਗਏ ਬੰਦੇ ਦੇ ਖਾਤੇ ਦੇ ਵਿੱਚ ਜੇ ਪੈਸੇ ਚਲੇ ਵੀ ਜਾਣ ਤੇ ਫਿਰ ਉਹ ਨਿਕਲਣਗੇ ਕਿਵੇਂ? ਇਹ ਬੜੀ ਗੰਭੀਰ ਸਮੱਸਿਆ ਜਿਹੜੀ ਆ ਉਹ ਪੈਦਾ ਹੋ ਜਾਊਗੀ ਜਾਂ ਹੋ ਗਈ ਤੁਸੀਂ ਕਹਿ ਲਓ। ਜਿਹੜੇ ਆੜਤੀਏ ਨੇ ਉਹਨਾਂ ਦੇ ਪੈਸੇ ਮਰਨ ਕੰਢੇ ਜਿਹੜਾ ਜੀ ਉਹ ਤੁਰ ਪੈਣਗੇ। ਆੜਤੀਏ ਜਿਹੜੇ ਨੇ ਉਹ ਕਿਸਾਨ ਦੇ ਮਾੜੇ ਚੰਗੇ ਸਮੇਂ ਦੇ ਉੱਤੇ ਖੜਦੇ ਆ। ਮੈਂ ਜਿਹੜੀ ਗੱਲ ਕੀਤੀ ਸੀ ਕੱਪੜੇ ਵਾਲੀਆਂ ਦੁਕਾਨਾਂ ਜਾਂ ਸੌਦੇ ਵਾਲੀਆਂ ਦੁਕਾਨਾਂ, ਜਦੋਂ ਕੋਈ ਦੁੱਖ ਸੁੱਖ ਆਇਆ ਤੇ ਕਿਸਾਨ ਆੜਤੀਆਂ ਕੋਲੇ ਜਾਂਦਾ, ਆੜਤੀਆ ਜਿਹੜਾ ਇੱਕ ਪਰਚੀ ਦੇ ਦਿੰਦਾ ਵੀ ਫਲਾਂ ਦੁਕਾਨ ਤੋਂ ਤੂੰ ਸੌਦਾ ਚੁੱਕ ਲਾ। ਉਹ ਦੁਕਾਨ ਵਾਲੇ ਨੂੰ ਪਤਾ ਕਿ ਮੇਰੇ ਪੈਸੇ ਕਿਤੇ ਚੱਲੇ ਨਹੀਂ, ਵਿਚਾਲੇ ਆੜਤੀਆ ਹੈਗਾ। ਵਿਆਹ ਸ਼ਾਦੀ ਹੈ, ਕੱਪੜੇ ਦੀ ਦੁਕਾਨ ਦੀ ਪਰਚੀ ਵੀ ਆੜਤੀਆ ਦਿੰਦਾ ਕਿ ਫਲਾਂ ਜਗ੍ਹਾ ਤੇ ਤੂੰ ਲੈ ਲਾ, ਉਹਨੇ ਮੁੜ ਕੇ ਆੜਤੀਏ ਤੋਂ ਲੈ ਲੈਣੇ ਹੁੰਦੇ ਆ। ਆੜਤੀਆ ਹੁਣ ਹੱਥ ਘੁੱਟੂਗਾ, ਆੜਤੀਆ ਅੱਗੋਂ ਕਿਸਾਨ ਨੂੰ ਕਰਜ਼ਾ ਨਹੀਂ ਦੇਊਗਾ, ਪੈਸੇ ਨਹੀਂ ਦੇਊਗਾ। ਜਿਹੜੇ ਬੈਂਕ ਨੇ ਉਹਨਾਂ ਨੇ ਪਹਿਲਾਂ ਹੀ ਕਿਸਾਨ ਬਹੁਤ ਕਰਜ਼ਾਈ ਕੀਤੇ ਨੇ, ਲਿਮਟਾਂ ਵਾਲੇ। ਔਰ ਮੰਨ ਲਓ ਜਿਹੜੀਆਂ ਜਿਨ੍ਹਾਂ ਨੇ ਲਿਮਟਾਂ ਚੁੱਕੀਆਂ ਨੇ, ਜਦੋਂ ਉਹ ਪੈਸੇ ਖਾਤੇ 'ਚ ਆ ਗਏ ਤਾਂ ਜਿਹੜੇ ਬੈਂਕਾਂ ਦੇ ਪੈਸੇ ਨੇ ਉਹਨਾਂ ਨੇ ਪਹਿਲਾਂ ਆਪਣੇ ਕੱਟਣੇ ਆ, ਫਿਰ ਤੁਸੀਂ ਅਗਲੇ ਜਿਹੜੇ ਉਹ ਕਢਵਾ ਸਕੋਗੇ। ਕਿੰਨੀ ਕਿਸ਼ਤ ਦੇਣੀ ਆ ਇਹ ਤੁਹਾਡੇ ਉੱਤੇ ਨਿਰਭਰ ਨਹੀਂ ਰਹੂਗਾ, ਕਿਸਾਨ ਦੇ ਉੱਤੇ ਨਿਰਭਰ ਨਹੀਂ ਰਹੂਗਾ। ਉਹ ਬੈਂਕ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚੋਂ ਕਿਸ਼ਤ ਜਿਹੜੀ ਆ ਉਹ ਕੱਢ ਲੂਗਾ। ਕੁਝ ਚੀਜ਼ਾਂ ਜਿਹੜੀਆਂ ਹੋਰ ਕੀਤੀਆਂ ਗਈਆਂ ਨੇ, ਪਹਿਲਾਂ ਨਵੀਂ ਦੀ ਮਾਤਰਾ ਜਿਹੜੀ ਕਣਕਾਂ ਦੇ ਵਾਸਤੇ 14% ਸੀਗੀ, ਉਹ ਹੁਣ ਘਟਾ ਕੇ 12% ਜਿਹੜੀ ਉਹ ਕੀਤੀ ਜਾਊਗੀ। ਇਹਦੇ ਨਾਲ ਫਸਲ ਖਰੀਦਣ ਵਾਲੇ ਜਿਹੜੇ ਅਧਿਕਾਰੀ ਨੇ ਤੇ ਵਪਾਰੀਆਂ ਨੂੰ ਕਿਸਾਨਾਂ ਦੀ ਬਾਂਹ ਜਿਹੜੀ ਆ ਉਹ ਮਰੋੜਨ ਦਾ ਮੌਕਾ ਮਿਲੂਗਾ। ਬਿਨਾਂ ਕਿਸੇ ਸ਼ੱਕ ਦੇ ਫਿਰ ਦੇਣ ਲੈਣ ਵਧੂਗਾ, ਬਿਨਾਂ ਉਹਦੇ ਤੋਂ ਜਿਹੜੀ ਉਹਦੀ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਰੀਦੀ ਨਹੀਂ ਜਿਹੜਾ ਉਹ ਜਾਊਗੀ। ਔਰ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਦੂਜਾ ਫੈਸਲਾ ਉਹਦੇ ਵਿੱਚ ਆ, ਜਿਹੜੇ ਛੋਟੇ ਰੋੜੇ ਆਮ ਬੋਲੀ ਦੇ ਵਿੱਚ ਰੋਡ 0.5% ਹੁੰਦੇ ਤੇ ਫਸਲ ਜਿਹੜੀ ਉਹ ਖਰੀਦ ਹੋਊਗੀ। ਪਹਿਲਾਂ ਜਿਹੜਾ ਸੀਗਾ ਜੀ ਇਹ 0.25% ਤੱਕ ਇਹ ਛੋਟ ਦਿੱਤੀ ਜਾਂਦੀ ਸੀ, ਹੁਣ 0.5% ਤੱਕ ਜਿਹੜੀ ਉਹ ਹੋ ਗਈ। ਜਿਹੜੀ ਘਾਹ ਫੂਸ ਜਿਹੜਾ ਥੋੜ੍ਹਾ ਬਹੁਤਾ ਵਿੱਚ ਜਿਹੜਾ ਉਹ ਰਹਿ ਜਾਂਦਾ, ਉਹਦੇ ਵਿੱਚ ਵੀ ਪਹਿਲਾਂ 0 ਪੁਆਇੰਟ ਹੁਣ ਜਿਹੜੀ ਆ ਜੀ, ਪਹਿਲਾਂ 4% ਪੁਆਇੰਟ ਹੋ ਸਿਰਫ 0 ਤੋਂ 0.4% ਪ੍ਰਵਾਨ ਹੋ ਸਕਣਗੇ। ਪਹਿਲਾਂ ਇਹ ਜਿਹੜਾ ਜੀ ਉਹ ਜ਼ਿਆਦਾ ਰੱਖਿਆ ਹੋਇਆ ਸੀਗਾ। ਔਰ ਕਣਕ ਦੇ ਵਿੱਚ ਟੁੱਟੇ ਹੋਏ ਦਾਣੇ ਜਿਹੜੇ ਆ ਉਹ 4% ਤੋਂ ਵੱਧ ਕੇ ਫਸਲ ਨਹੀਂ ਖਰੀਦੀ ਜਾਣੀ, ਜਦੋਂ ਕਿ ਪਹਿਲਾਂ ਸਟੈਂਡਰਡ ਦੇ ਮੁਤਾਬਕ 6% ਜਿਹੜੇ ਉਹ ਹੁੰਦੇ ਸੀਗੇ। ਇਹ ਇੰਨੀਆਂ ਕਿ ਜਿਹੜੀਆਂ ਵੱਡੀਆਂ ਮੁਸ਼ਕਲਾਂ ਕਿਸਾਨਾਂ ਦੇ ਵਾਸਤੇ ਇਸੇ ਹੀ ਕਣਕ ਦੀ ਫਸਲ ਤੋਂ ਆਉਣ ਵਾਲੀਆਂ ਨੇ। ਜਿਹੜੀਆਂ ਮੁਸ਼ਕਲਾਂ ਨੇ ਕਿਸਾਨ ਜਿਹੜਾ ਪਹਿਲਾਂ ਹੀ ਫਸਿਆ ਬੈਠਾ ਚਫੇਰੇ ਤੋਂ, ਉਹਦੇ ਵਾਸਤੇ ਇਹ ਨਵੀਆਂ ਮੁਸੀਬਤਾਂ ਖੜੀਆਂ ਉਹ ਕਰ ਦੇਣੀਆਂ ਨੇ। ਹਰਿਆਣੇ ਦੇ ਮੁੱਖ ਮੰਤਰੀ ਹੋਰਾਂ ਨੇ ਕਹਿਤਾ ਅਸੀਂ ਤਾਂ ਸਾਰੇ ਪੈਸੇ ਜਿਹੜੇ FCI ਵਾਲੇ ਕਿਸਾਨਾਂ ਦੇ ਸਿੱਧੇ ਖਾਤਿਆਂ ਦੇ ਵਿੱਚ ਪਾਵਾਂਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ, ਕਿਸਾਨ ਉਹਦੀ ਵਿਰੋਧਤਾ ਕਰ ਰਹੇ ਆ, ਉਹਨਾਂ ਨੂੰ ਮੌਕਾ ਮਿਲ ਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਪੰਜਾਬ ਦੇ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਲੈ ਕੇ ਜੇਕਰ ਤੁਰੰਤ ਖੇਤੀਬਾੜੀ ਮੰਤਰੀ ਦੇ ਕੋਲੇ ਜਾਣ, ਪ੍ਰਧਾਨ ਮੰਤਰੀ ਹੋਰਾਂ ਨੂੰ ਜਿਹੜਾ ਮਿਲਣ ਤੇ ਘੱਟੋ ਘੱਟ ਇਸ ਸਾਰੀ ਸਕੀਮ ਨੂੰ ਅਜੇ ਅੱਗੇ ਕੀਤਾ ਜਾਵੇ। ਨਹੀਂ ਤਾਂ ਇਹ ਆ ਕਿ ਇਹ ਬਹੁਤ ਵੱਡੀ ਮੁਸੀਬਤ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਦੇ ਉੱਤੇ ਇਹ ਆਉਣ ਵਾਲੀ ਆ, ਓਵਰਆਲ ਸਾਰੇ ਕਿਸਾਨਾਂ ਤੇ ਆਉਣ ਵਾਲੀ ਆ। ਜਿੱਥੇ ਜਿੱਥੇ ਕਣਕ ਹੁੰਦੀ ਆ ਉੱਥੇ ਉੱਤੇ ਆਉਣ ਵਾਲੀ ਆ, ਪਰ ਪੰਜਾਬ ਕਿਉਂਕਿ ਨਿਸ਼ਾਨੇ ਦੇ ਉੱਤੇ ਆ, ਪੰਜਾਬ ਟਾਰਗੇਟ ਦੇ ਉੱਤੇ ਆ। ਤੁਸੀਂ ਸੋਚ ਵੀ ਸਕਦੇ ਆ ਕਿ ਕਿਵੇਂ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਊਗਾ। ਜਿਹੜੇ ਕਿਸਾਨ ਨੇ ਉਹ ਆਪਣੀਆਂ ਫਰਦਾਂ ਜਿਹੜੀਆਂ ਨੇ ਉਹ ਅਪਲੋਡ ਕਰ ਦੇਣਗੇ, ਆਪਣੇ ਅਕਾਊਂਟ ਨੰਬਰ ਦੇ ਦੇਣਗੇ ਤੇ ਉਹਨਾਂ ਅਕਾਊਂਟਾਂ ਦੇ ਵਿੱਚ ਕਣਕ ਦੇ ਪੈਸੇ ਜਿਹੜੇ ਉਹ ਆ ਜਾਣਗੇ। ਇਹ ਪੋਸੀਬਲ ਨਹੀਂ ਹੋ ਸਕਦਾ। ਇਹ ਇੱਕ ਢਾਂਚਾ ਹੈ ਜਿਹੜਾ ਪਹਿਲਾਂ ਜਿਸ ਤਰੀਕੇ ਦੇ ਨਾਲ ਚੱਲਦਾ ਸੀ ਇਹ ਉੱਦਾਂ ਹੀ ਚੱਲੂਗਾ, ਨਹੀਂ ਤਾਂ ਅਦਰਵਾਈਜ਼ ਇਹ ਢਾਂਚਾ ਕੰਪਲੀਟ ਡੋਲ ਜਾਊਗਾ।
ਇਹਦੇ ਨਾਲ ਕੋਈ ਇਕੱਲਾ ਕਿਸਾਨ ਨਹੀਂ ਜਿਹੜਾ ਫਸਣਾ, ਇਹ ਗੱਲ ਬੜੀ ਕਲੀਅਰ ਹੈ। ਇਹਦੇ ਨਾਲ ਸਾਰੇ ਵਰਗ ਜਿਹੜੇ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਉਹ ਸਾਰੇ ਦੇ ਸਾਰੇ ਫਸ ਜਾਣੇ ਆ। ਇਹਦੇ ਵਾਸਤੇ ਤੁਰੰਤ ਕੋਈ ਨਾ ਕੋਈ ਹੱਲ ਜਿਹੜਾ ਉਹ ਲੱਭਿਆ ਜਾਣਾ ਚਾਹੀਦਾ ਤੇ ਬਿਨਾਂ ਕਿਸੇ ਸ਼ੱਕ ਦੇ ਇਹਦੇ ਵਾਸਤੇ ਹੱਲ ਜਿਹੜਾ ਉਹ ਸਰਕਾਰ ਨੂੰ ਸਰਕਾਰ ਨਾਲ ਗੱਲ ਕਰਨੀ ਪਊਗੀ। ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ, ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਸਿਰ ਦੇ ਉੱਤੇ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਤੁਰੰਤ ਸੈਂਟਰ ਦੀ ਸਰਕਾਰ ਦੇ ਨਾਲ ਗੱਲ ਕਰਕੇ ਇਸ ਕੰਡੀਸ਼ਨ ਨੂੰ ਜਿਹੜਾ ਉਹ ਹਟਾਉਣ। ਨਹੀਂ ਤਾਂ ਸਮਝ ਲਓ ਕਿ ਮੁਸ਼ਕਲਾਂ ਜਿਹੜੀਆਂ ਉਹ ਬਰੂਹਾਂ ਦੇ ਉੱਤੇ ਕਿਸਾਨਾਂ ਦੇ ਆ ਗਈਆਂ ਇਸ ਕਣਕ ਦੀ ਫਸਲ ਨੂੰ ਲੈ ਕੇ। ਧੰਨਵਾਦ ਤੁਹਾਡਾ ਸਭ ਦਾ, ਔਰ ਉਮੀਦ ਹੈ ਕਿ ਇਸੇ ਤਰੀਕੇ ਨਾਲ ਤੁਸੀਂ ਸੁਨੇਹਾ ਲਾ ਕੇ ਬਾਕੀ ਜਿਹੜੇ ਤੁਹਾਡੇ ਜਾਣਨ ਪਛਾਣਨ ਵਾਲੇ ਨੇ ਉਹਨਾਂ ਨੂੰ ਇਸ ਚੈਨਲ ਦੇ ਬਾਰੇ ਦੇ ਵਿੱਚ ਔਰ ਉਹਨਾਂ ਨੂੰ ਸਬਸਕ੍ਰਾਈਬ ਕਰਨ ਦੇ ਵਾਸਤੇ ਜ਼ਰੂਰ ਪ੍ਰੇਰੋਗੇ। ਜਿਹੜੇ ਨਵੇਂ ਜੁੜੇ ਨੇ ਉਹਨਾਂ ਦਾ ਬਹੁਤ ਧੰਨਵਾਦ। ਜੀ ਆਇਆਂ ਨੂੰ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ।